ਜਿਹੜੀ ਕਲਾਸ ਸੀ ਉਹਦੇ ਵਿੱਚ ਉਸਤਾਦ ਜੀ ਹੋਰਾਂ ਨੇ ਤੁਹਾਨੂੰ 35 ਅੱਖਰ ਜਿਹੜੇ ਨੇ ਉਹ ਦੁਬਾਰਾ ਰਿਵਾਈਜ਼ ਕਰਾ ਦਿੱਤੇ, ਕਿਉਂਕਿ ਅੱਜ ਕਾਫੀ ਸਾਰੇ ਪਾਰਟਿਸਿਪੈਂਟਸ ਜਿਹੜੇ ਨੇ ਉਹ ਨਵੇਂ ਸਨ ਔਰ ਉਹਨਾਂ ਨੇ ਜਿਸ ਢੰਗ ਨਾਲ ਪਹਿਲੇ ਸਿੱਖਿਆ ਸੀ ਹੁਣ ਉਹਨਾਂ ਨੇ ਦੂਸਰੇ ਢੰਗ ਨਾਲ ਵੀ ਜਿਹੜਾ ਹੈ ਉਹ ਵੇਖ ਲਿਆ ਔਰ ਸਿੱਖ ਲਿਆ। ਮੇਰਾ ਖਿਆਲ ਹੈ ਹੁਣ ਇਸ ਤੋਂ ਬਾਅਦ ਕੋਈ ਚੀਜ਼ ਜਿਹੜੀ ਉਹ ਮੁਸ਼ਕਿਲ ਨਹੀਂ ਹੋਏਗੀ। ਜਿਹੜੇ ਸਟੂਡੈਂਟਸ ਇਹ ਕਹਿ ਰਹੇ ਨੇ ਕਿ ਅਸੀਂ ਸਾਨੂੰ ਹਾਲੇ ਤੱਕ ਕਨਫਿਊਜ਼ਨ ਹੋ ਰਹੀ ਹੈ ਜਾਂ ਸਾਨੂੰ ਜਿਹੜਾ ਹੈ ਉਹ ਇਸ ਲਫ਼ਜ਼ ਦੀ ਜਾਂ ਇਸ ਅੱਖਰ ਦੀ ਸਮਝ ਨਹੀਂ ਆਉਂਦੀ ਤੇ ਉਹਦੀ ਸਮਝ ਨਹੀਂ ਆਉਂਦੀ, ਉਹਦੀ ਵਜ੍ਹਾ ਹੈ ਕਿ ਤੁਸੀਂ ਹਾਲੇ ਪ੍ਰੈਕਟਿਸ ਨਹੀਂ ਸਹੀ ਕਰ ਰਹੇ। ਕਿਉਂਕਿ ਅਗਰ ਪ੍ਰੈਕਟਿਸ ਜਿਸ ਤਰ੍ਹਾਂ ਉਸਤਾਦ ਜੀ ਵੀ ਕਹਿ ਰਹੇ ਸਨ, ਜੈਪ ਸਿੰਘ ਚੱਠਾ ਜੀ ਵੀ, ਕਿ ਮੇਰੇ ਸਟੂਡੈਂਟਸ ਨੂੰ ਮੈਂ ਸਾਰੀ ਗੁਰਮੁਖੀ ਦੇ ਜਿਹੜੇ ਅੱਖਰ ਨੇ ਉਹ ਕਲਾਸਾਂ ਦੇ ਵਿੱਚ ਕਰਾ ਦਿੱਤੇ ਨੇ, ਕਿਉਂਕਿ ਸਾਡੀ ਹਫਤੇ ਦੇ ਵਿੱਚ 3 ਦਿਨ ਕਲਾਸ ਹੁੰਦੀ ਹੈ ਔਰ ਪਿਛਲੇ 2 ਹਫ਼ਤਿਆਂ ਤੋਂ ਮੈਂ ਉਹਨਾਂ ਦੀ ਕਲਾਸ ਲੈ ਰਹੀ ਹਾਂ ਤੇ ਤਕਰੀਬਨ 7 ਕਲਾਸਾਂ ਜਿਹੜੀਆਂ ਨੇ ਮੈਂ ਉਹਨਾਂ ਨੂੰ ਪੜ੍ਹਾਈਆਂ ਨੇ ਔਰ 7 ਜਾਂ 6 ਕਲਾਸਾਂ ਦੇ ਵਿੱਚ ਮੈਂ ਉਹਨਾਂ ਨੂੰ ਸਾਰੇ ਅੱਖਰ ਜਿਹੜੇ ਨੇ ਉਹ ਕਰਵਾ ਦਿੱਤੇ ਨੇ। ਔਰ ਅੱਜ ਉਹਨਾਂ ਨੂੰ ਇਸ ਲਈ ਮੈਂ ਜੁਆਇਨ ਕਰਾ ਲਿਆ ਇਸ ਕਲਾਸ ਦੇ ਵਿੱਚ ਤਾਂ ਕਿ ਅਗਲਾ ਜਿਹੜਾ ਸਟੈਪ ਹੋਏਗਾ ਉਹ ਇੱਥੇ ਵੀ ਸਿੱਖਣਗੇ ਔਰ ਨਾਲ ਉਹ ਮੇਰੇ ਕੋਲ ਵੀ ਸਿੱਖਣਗੇ ਤੇ ਉਹਨਾਂ ਦਾ ਜਿਹੜਾ ਹੈ ਸਿੱਖਣ ਦਾ ਕੰਮ ਜਿਹੜਾ ਹੈ ਉਹ ਆਸਾਨ ਹੋ ਜਾਏਗਾ। ਅੱਛਾ, ਦੂਸਰਾ ਚੁੱਕੇ ਜਿਸ ਤਰ੍ਹਾਂ ਚੱਠਾ ਸਾਹਿਬ ਵੀ ਕਹਿ ਰਹੇ ਨੇ ਕਿ ਕੁਝ ਸਟੂਡੈਂਟਸ ਕਹਿੰਦੇ ਨੇ ਕਿ ਅਸੀਂ 3 ਦਿਨਾਂ 'ਚ ਸਿੱਖ ਲਈ, ਕੁਝ ਕਹਿੰਦੇ ਨੇ ਅਸੀਂ 10 ਦਿਨਾਂ 'ਚ ਸਿੱਖ ਲਈ, ਕੁਝ ਕਹਿੰਦੇ ਨੇ ਕਿ ਅਸੀਂ 5 ਦਿਨਾਂ 'ਚ ਸਿੱਖ ਲਈ। ਤੇ ਉਹਦੀ ਵਜ੍ਹਾ ਇਹ ਵੇ ਕਿ ਉਹਨਾਂ ਨੇ ਪ੍ਰੈਕਟਿਸ ਨਾਲ ਕੀਤੀ। ਹੋਰ ਇਹਦੇ ਸਿੱਖਣ ਵਾਲਾ ਕੰਮ ਸਿਰਫ ਇਹੀ ਸੀ ਜਿਹੜਾ ਕਿ ਤੁਹਾਨੂੰ ਚੱਠਾ ਸਾਹਿਬ ਨੇ ਬੜੇ ਆਸਾਨ ਤਰੀਕੇ ਨਾਲ ਬੜੇ ਸਾਦੇ ਤਰੀਕੇ ਨਾਲ ਤੁਹਾਨੂੰ ਦੱਸ ਦਿੱਤੀਆਂ ਕਿ ਸ਼ਕਲਾਂ ਕਿੰਜ ਬਣਨਗੀਆਂ। ਠੀਕ ਹੈ, ਵੇਖ ਕੇ ਤੁਹਾਨੂੰ ਲੱਗਦਾ ਹੈ ਕਿ ਜਦੋਂ ਅਸੀਂ ਪਹਿਲੀ ਵਾਰੀ ਪੱਟੀ ਸਾਰੀ ਵੇਖਦੇ ਹਾਂ ਤੇ ਸਾਨੂੰ ਸ਼ਕਲਾਂ ਲੱਗਦੀਆਂ ਨੇ ਕਿ ਇਹ ਕਿਸ ਤਰ੍ਹਾਂ ਬਣਨਗੀਆਂ ਜਾਂ ਅਸੀਂ ਇਹਨਾਂ ਨੂੰ ਕਿਸ ਤਰ੍ਹਾਂ ਬਣਾਵਾਂਗੇ, ਲੇਕਿਨ ਜਿਸ ਤਰ੍ਹਾਂ ਉਹਨਾਂ ਨੇ ਤੁਹਾਨੂੰ ਆਸਾਨ ਕਰਕੇ ਸਾਦੇ ਅੰਦਾਜ਼ ਨਾਲ ਦੱਸ ਦਿੱਤਾ, ਮੁਸ਼ਕਿਲ ਚੀਜ਼ ਸਿਰਫ ਉਹੀ ਸੀ। ਠੀਕ ਹੈ, ਜਦੋਂ ਤੁਸੀਂ ਉਹ ਬਣਾਉਣੀ ਸਿੱਖ ਲਈ ਉਸ ਤੋਂ ਬਾਅਦ ਤੁਹਾਡਾ ਕੰਮ ਰਹਿ ਜਾਂਦਾ ਕਿ ਤੁਸੀਂ ਉਹਨੂੰ ਪ੍ਰੈਕਟਿਸ ਕਰੋ। ਤੁਹਾਨੂੰ ਜਦੋਂ ਕਲਾਸ ਦੇ ਵਿੱਚ ਕੁਝ ਲਫ਼ਜ਼ ਦੱਸੇ ਜਾਂਦੇ ਨੇ ਤੇ ਉਸ ਤੋਂ ਬਾਅਦ ਪੂਰਾ ਹਫਤਾ ਸਾਡੇ ਕੋਲ ਹੁੰਦਾ ਹੈ, ਉਸ ਪੂਰੇ ਹਫਤੇ ਦੇ ਵਿੱਚ ਅਸੀਂ ਪ੍ਰੈਕਟਿਸ ਕਰ ਸਕਦੇ ਹਾਂ। ਔਰ ਪ੍ਰੈਕਟਿਸ ਕਰਨ ਦਾ ਜਿਹੜਾ ਮੇਰਾ ਤਰੀਕਾ ਸੀ, ਮੈਂ ਤੁਹਾਨੂੰ ਆਪਣਾ ਐਕਸਪੀਰੀਅੰਸ ਸ਼ੇਅਰ ਕਰਦੇ ਹਾਂ। ਜਦੋਂ ਮੈਂ ਸਿੱਖੀ ਸੀ ਕਿ ਮੈਂ ਰੋਜ਼ ਜਦੋਂ ਸ਼ੁਰੂ ਮੈਂ ਕੀਤਾ ਤੇ ਮੈਂ ਸਭ ਤੋਂ ਪਹਿਲੇ ਸਿਰਫ 2 ਅੱਖਰ ਜਿਹੜੇ ਨੇ ਉਹਨਾਂ ਨੂੰ ਚੁਣਿਆ। ਠੀਕ ਹੈ, ਪਹਿਲੇ 2 ਅੱਖਰ ਜਿਹੜੇ ਨੇ ਮੈਂ ਲਏ ਔਰ ਉਹਨਾਂ ਨੂੰ ਬਾਰ-ਬਾਰ ਲਿਖ ਕੇ ਵੇਖਿਆ। ਜਦੋਂ ਮੈਨੂੰ ਲੱਗਾ ਕਿ ਹੁਣ ਮੈਨੂੰ 15 ਮਿੰਟ ਮੈਂ ਉਹਨਾਂ ਦੀ ਚੰਗੀ ਤਰ੍ਹਾਂ ਤਸੱਲੀ ਕਰ ਲਈ ਹੈ, ਮੈਨੂੰ ਬੜੀ ਅੱਛੀ ਤਰ੍ਹਾਂ ਲਿਖਣੇ ਆ ਗਏ ਨੇ, ਕੋਈ 5 6 7 ਸਫ਼ੇ ਮੈਂ ਭਰ ਲਏ ਨੇ ਲਿਖ ਕੇ, ਉਸ ਤੋਂ ਬਾਅਦ ਮੈਂ ਉਹਦੇ ਨਾਲ ਤੀਸਰਾ ਅੱਖਰ ਸ਼ਾਮਿਲ ਕਰ ਲਿਆ। ਠੀਕ ਹੈ, ਫਿਰ ਉਸ ਤੀਸਰੇ ਅੱਖਰ ਨੂੰ ਕਾਫੀ ਦੇਰ ਲਿਖਿਆ ਔਰ ਉਸ ਤੋਂ ਬਾਅਦ ਪਹਿਲੇ 2 ਅੱਖਰ ਜਿਹੜੇ ਨੇ ਉਹ ਵੀ ਉਹਨਾਂ ਦੇ ਨਾਲ ਸ਼ਾਮਿਲ ਕਰਕੇ ਲਿਖੇ ਕਿ ਇੰਜ ਤੇ ਨਹੀਂ ਹੋ ਰਿਹਾ ਕਿ ਪਹਿਲਾ ਅੱਖਰ ਤੀਸਰਾ ਅੱਖਰ ਯਾਦ ਕਰਨ ਤੋਂ ਬਾਅਦ ਮੈਨੂੰ ਪਹਿਲਿਆਂ ਹੀ ਕੋਈ ਇੱਕ ਅੱਖਰ ਜਿਹੜਾ ਉਹ ਭੁੱਲ ਗਿਆ ਹੈ ਜਾਂ ਕੋਈ ਇੱਕ ਹਰਫ ਜਿਹੜਾ ਉਹ ਮੈਨੂੰ ਵਿਸਰ ਗਿਆ। ਸੋ ਇਸ ਤਰ੍ਹਾਂ ਮੈਂ ਪ੍ਰੈਕਟਿਸ ਕਰਦੀ ਰਹੀ। ਇੱਕ ਦਿਨ ਮੈਂ 5 ਅੱਖਰ ਯਾਦ ਕਰ ਲਏ ਤੇ ਅਗਲੇ ਦਿਨ ਮੈਂ 10 ਕਰ ਲਏ ਤੇ ਉਸ ਤੋਂ ਅਗਲੇ ਦਿਨ ਉਹ ਹੁਣ ਤੁਹਾਡੇ ਤੇ ਡਿਪੈਂਡ ਕਰਦਾ, ਅਗਰ ਤੁਹਾਡੇ ਕੋਲ ਟਾਈਮ ਜ਼ਿਆਦਾ ਹੈ ਤੇ ਤੁਸੀਂ ਪੂਰੀ ਪੱਟੀ ਇੱਕ ਦਿਨ ਵਿੱਚ ਵੀ ਕਰ ਸਕਦੇ ਹੋ। ਠੀਕ ਹੈ, ਡਿਪੈਂਡ ਕਰਦਾ ਹੈ ਕਿ ਤੁਹਾਡੇ ਕੋਲ ਕਿੰਨਾ ਟਾਈਮ ਹੈ, ਲੇਕਿਨ 20 ਮਿੰਟ ਜਿਹੜੇ ਨੇ ਉਹ ਆਪਣੀ ਕਲਾਸ ਨੂੰ ਆਪਣੇ ਗੁਰਮੁਖੀ ਦੀ ਕਲਾਸ ਦੇ ਜਿਹੜੇ ਨੇ ਉਹ ਤੁਸੀਂ ਸਪੈਸੀਫਾਈ ਕਰ ਦਿਓ ਔਰ ਸਿਰਫ ਗੁਰਮੁਖੀ ਦੀ ਕਲਾਸ ਨੂੰ ਹੀ ਦਿਓ। ਅਗਰ ਤੁਸੀਂ ਸਮਝਦੇ ਹੋ ਕਿ ਘੰਟੇ ਦੀ ਹੈ ਕਲਾਸ ਅਟੈਂਡ ਕਰਨ ਤੋਂ ਬਾਅਦ ਅਸੀਂ ਗੁਰਮੁਖੀ ਲਿਖਣਾ ਸ਼ੁਰੂ ਕਰ ਦਿਆਂਗੇ ਤੇ ਇੰਜ ਨਹੀਂ ਹੋਏਗਾ। ਤੁਸੀਂ ਉਹਨੂੰ ਪ੍ਰੈਕਟਿਸ ਕਰੋਗੇ ਤਾਂ ਹੀ ਤੁਸੀਂ ਉਸ ਨੂੰ ਲਿਖਣ ਦੇ ਕਾਬਿਲ ਹੋਵੋਗੇ। ਠੀਕ ਹੈ, ਤੁਹਾਡਾ ਕੰਮ ਜਿਹੜਾ ਕਲਾਸ ਤੋਂ ਬਾਅਦ ਸ਼ੁਰੂ ਹੁੰਦਾ ਹੈ। ਕਲਾਸ ਦੇ ਦੌਰਾਨ ਉਸਤਾਦ ਤੁਹਾਨੂੰ ਸਿਖਾ ਰਿਹਾ ਹੁੰਦਾ ਹੈ, ਲੇਕਿਨ ਤੁਹਾਡਾ ਜਿਹੜਾ ਕੰਮ ਹੈ ਉਹ ਕਲਾਸ ਤੋਂ ਬਾਅਦ ਸ਼ੁਰੂ ਹੁੰਦਾ ਹੈ। ਸੋ ਡੇਲੀ ਬੇਸਿਸ ਤੇ ਤੁਸੀਂ ਪ੍ਰੈਕਟਿਸ ਜਾਰੀ ਰੱਖੋ, ਅਗਲੇ ਲਫ਼ਜ਼ ਯਾਦ ਕਰੋ ਲੇਕਿਨ ਪਿਛਲਿਆਂ ਨੂੰ ਫਿਰ ਵਿੱਚ ਸ਼ਾਮਿਲ ਕਰ ਲਓ ਔਰ ਅਖੀਰ ਤੇ ਜਦੋਂ ਪੂਰੇ ਤੁਹਾਡੇ ਅੱਖਰ 35 ਦੇ 35 ਹੋ ਜਾਣ, ਕਿਉਂਕਿ ਬਾਕੀ ਜਿਹੜੇ 6 ਨੇ ਉਹ ਤਾਂ ਸਿਰਫ ਬਿੰਦੀ ਲੱਗਣੀ ਹੈ ਔਰ ਬਿੰਦੀ ਵਾਲਾ ਵੀ ਮੈਂ ਤੁਹਾਨੂੰ ਉਹਦਾ ਟ੍ਰਿਕ ਸਮਝਾਉਂਦੀ ਹਾਂ ਕਿ ਉਹ ਕਿੰਨਾ ਨਾਲ ਬਿੰਦੀ ਲੱਗਣੀ ਹੈ। ਤੇ ਉਹ ਜਦੋਂ ਤੁਹਾਡੇ ਸਾਰੇ ਅੱਖਰ ਹੋ ਜਾਣ ਤੇ ਤੁਸੀਂ 35 ਦੇ 35 ਲਿਖ ਕੇ ਬਾਰ-ਬਾਰ ਵੇਖੋ ਔਰ ਅਗਰ ਤੁਸੀਂ ਲਫ਼ਜ਼ ਲਿਖਦਿਆਂ ਹੋਇਆ ਸ਼ੁਰੂ ਵਿੱਚ ਅਗਰ ਲਫ਼ਜ਼ ਲਿਖਦਿਆਂ ਹੋਇਆ ਤੁਹਾਨੂੰ ਕੋਈ ਅੱਖਰ ਭੁੱਲ ਰਿਹਾ ਵਿੱਚੋਂ, ਲੈਟਸ ਸੇ ਤੁਸੀਂ ਲਿਖ ਰਹੇ ਹੋ ਖੱਤ, ਠੀਕ ਹੈ, ਤੇ ਤੁਸੀਂ ਲਿਖ ਲਿਆ ਹੁਣ ਤੇ ਤੁਹਾਨੂੰ ਭੁੱਲ ਗਿਆ ਜਾਂ ਤੱਤਾ ਭੁੱਲ ਗਿਆ ਕਿਸ ਤਰ੍ਹਾਂ ਲਿਖਣਾ ਸੀ, ਤੇ ਤੁਹਾਡੇ ਕੋਲ ਅਗਰ ਪੱਟੀ ਸਾਹਮਣੇ ਲਿਖੀ ਮੌਜੂਦ ਹੈ ਤੇ ਤੁਸੀਂ ਇੱਕ ਵਾਰੀ ਉਹਦੇ ਤੋਂ ਨਕਲ ਮਾਰ ਵੀ ਲਓਗੇ ਤੇ ਕੋਈ ਗੱਲ ਨਹੀਂ, ਆਹਿਸਤਾ ਆਹਿਸਤਾ ਤੁਸੀਂ ਪੱਕੇ ਹੋ ਜਾਓਗੇ। ਫਿਰ ਤੁਸੀਂ ਜਦੋਂ ਲਿਖਣਾ ਸ਼ੁਰੂ ਕਰ ਦਿਓਗੇ, ਜ਼ਿਆਦਾ ਲਿਖੋਗੇ, ਜ਼ਿਆਦਾ ਪੜੋਗੇ ਤੇ ਆਪੇ ਹੀ ਉਹ ਅੱਖਰ ਜਿਹੜੇ ਨੇ ਤੁਹਾਡੇ ਪੁਖਤਾ ਹੋ ਜਾਣਗੇ। ਲੇਕਿਨ ਇਹ ਯਾਦ ਰੱਖਣਾ ਕਿ ਜਦੋਂ ਤੁਸੀਂ ਪ੍ਰੈਕਟਿਸ ਛੱਡ ਦਿਓਗੇ ਤਾਂ ਤੁਸੀਂ ਭੁੱਲ ਜਾਓਗੇ। ਜਿੰਨੀ ਛੇਤੀ ਗੁਰਮੁਖੀ ਤੁਹਾਨੂੰ ਆ ਜਾਂਦੀ ਓਨੀ ਛੇਤੀ ਇਹ ਵਿਸਰ ਵੀ ਜਾਂਦੀ। ਸੋ ਤੁਸੀਂ ਇਸ ਨੂੰ ਪ੍ਰੈਕਟਿਸ ਵਿੱਚ ਰੱਖਣਾ ਹੈ। ਦੂਸਰੀ ਚੀਜ਼ ਜਿਹੜੀ ਬਿੰਦੀਆਂ ਵਾਲੇ ਲਫ਼ਜ਼ ਨੇ, ਜਿਵੇਂ ਕਿ ਜੱਜਾ ਪੈਰ ਬਿੰਦੀ ਜੀਮ ਹੈ, ਉਹਦੇ ਪੈਰ ਜਦੋਂ ਬਿੰਦੀ ਲੱਗ ਜਾਂਦੀ ਹੈ ਤੇ ਉਹ ਜ਼ਾਲ ਜ਼ੋਏ ਬਣ ਜਾਂਦੀ ਹੈ, ਜ਼ੁਆਦ ਬਣ ਜਾਂਦੀ ਹੈ। ਕਿਸ ਤਰ੍ਹਾਂ? ਜ਼ੁਆਦ ਤੇ ਵੀ ਨੁਕਤਾ ਹੈ, ਜ਼ੋਏ ਤੇ ਵੀ ਬਿੰਦੀ ਹੈ, ਜ਼ਾਲ ਤੇ ਵੀ ਬਿੰਦੀ ਹੈ। ਠੀਕ ਹੈ, ਤੁਸੀਂ ਯਾਦ ਰੱਖਣਾ ਹੈ ਕਿ ਜਿਨ੍ਹਾਂ ਹਰਫਾਂ ਦੇ ਉੱਪਰ ਨੁਕਤੇ ਨੇ ਉਹਨਾਂ ਲਈ ਹੀ ਜਿਹੜੀ ਇਹ ਬਿੰਦੀ ਇਸਤੇਮਾਲ ਹੋਏਗੀ, ਅਦਰਵਾਈਜ਼ ਉਹ ਜੀਮ ਹੀ ਹੈ। ਠੀਕ ਹੈ, ਉਹ ਜੱਜਾ ਹੀ ਹੈ। ਲੇਕਿਨ ਜਦੋਂ ਉਹਦੇ ਨੀਚੇ ਬਿੰਦੀ ਲੱਗ ਜਾਣੀ ਤਾਂ ਉਸ ਵੇਲੇ ਉਹਨੇ ਜ਼ਾਲ ਬਣ ਜਾਣਾ ਹੈ, ਉਸ ਵੇਲੇ ਉਹਨੇ ਜ਼ੋਏ ਬਣ ਜਾਣਾ, ਉਸ ਵੇਲੇ ਉਹਨੇ ਜ਼ੁਆਦ ਬਣ ਜਾਣਾ। ਇਸੇ ਤਰ੍ਹਾਂ ਸੀਨ ਜਿਹੜੀ ਹੈ ਉਹ ਖਾਲੀ ਹੈ ਤੇ ਸੀਨ ਹੈ, ਜਦੋਂ ਉਹਦੇ ਥੱਲੇ ਇੱਕ ਬਿੰਦੀ ਅਸੀਂ ਲਗਾ ਦਿੱਤੀ
ਉਹ ਸ਼ੀਨ ਬਣ ਗਈ। ਠੀਕ ਹੈ, ਉਧਰ ਅਸੀਂ ਸ਼ੀਨ ਤੇ ਵੀ 3 ਨੁਕਤੇ ਵਧਾ ਦਿੰਨੇ ਆ, ਇੱਧਰ ਅਸੀਂ ਸੀਨ ਦੇ ਥੱਲੇ ਵੀ ਇੱਕ ਬਿੰਦੀ ਲਗਾ ਕੇ ਉਸ ਦਾ ਅਸੀਂ ਐਕਸਟਰਾ ਚੀਜ਼ ਬਣਾ ਦਿੰਨੇ ਆ। ਹੁੰਦਾ ਲਫ਼ਜ਼ ਉਹੀ ਹੈ ਲੇਕਿਨ ਸਿਰਫ ਬਿੰਦੀ ਲਗਾ ਕੇ ਅਸੀਂ ਉਹਨੂੰ ਸ਼ੀਨ ਕਰ ਦਿੰਨੇ ਆ, ਉਧਰ ਅਸੀਂ 3 ਬਿੰਦੀਆਂ ਲਗਾ ਕੇ ਉਹਨੂੰ ਸ਼ੀਨ ਕਰ ਦਿੰਨੇ ਆ। ਠੀਕ ਹੈ ਜੀ। ਫਿਰ ਆ ਗਿਆ ਗੱਗਾ। ਗੱਗਾ ਗਾਫ ਨੂੰ ਕਹਿੰਦੇ ਨੇ, ਜਦੋਂ ਉਹਦੇ ਥੱਲੇ ਬਿੰਦੀ ਲੱਗ ਗਈ ਤੇ ਉਹ ਫਿਰ ਗੈਨ ਦੀ ਸਾਊਂਡ ਕੱਢੇਗਾ। ਠੀਕ ਹੈ, ਜਦੋਂ ਗੈਨ ਲਈ ਅਸੀਂ ਇਹਨੂੰ ਇਸਤੇਮਾਲ ਕਰਨਾ ਹੈ ਤੇ ਉਸ ਵੇਲੇ ਉਹ ਗੈਨ ਦੇ ਉੱਪਰ ਬਿੰਦੀ, ਕਿਉਂਕਿ ਗੈਨ ਦੇ ਉੱਪਰ ਵੀ ਨੁਕਤਾ ਹੈ। ਇਸੇ ਤਰ੍ਹਾਂ ਹੋਰ ਜਿਹੜੇ ਹੈ ਨੇ ਖੱਖਾ ਹੈ ਜਾਂ ਹੋਰ ਮੈਂ ਲਿਖੇ ਸਨ ਇੱਥੇ 2-3 ਲਫ਼ਜ਼ ਹੋਰ। ਖੱਖਾ ਖੱਖਾ, 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 ਹਾਂਜੀ। ਜਦੋਂ ਖੱਖਾ ਖਰਗੋਸ਼ ਵਾਲਾ ਹੋਏਗਾ ਤੇ ਖਰਗੋਸ਼ ਦੇ ਚੂਕੇ ਬਿੰਦੀ ਹੈ ਔਰ ਨੁਕਤਾ ਹੈ, ਐਸੇ ਲਈ ਅਸੀਂ ਖੱਖਾ ਦੇ ਪੈਰ ਥੱਲੇ ਵੀ ਬਿੰਦੀ ਪਾ ਦੇਾਂਗੇ। ਲੇਕਿਨ ਅਗਰ ਅਸੀਂ ਖੁਰਾ ਜਾਂ ਖੰਭ ਜਾਂ ਇਸ ਤਰ੍ਹਾਂ ਦੇ ਲਫ਼ਜ਼ ਜਿਹੜੀ ਕਿ 2 ਅੱਖਾਂ ਵਾਲੀ ਹੈ ਨਾ ਅਸੀਂ ਲਿਖ ਰਹੇ ਹੋਵਾਂਗੇ, ਉਸ ਵੇਲੇ ਅਸੀਂ ਇਹ ਖੇ ਜਿਹੜੀ ਹੈ ਉਹ ਇਸੇ ਤਰ੍ਹਾਂ ਖੱਖਾ ਹੀ ਲਿਖਾਂਗੇ। ਠੀਕ ਹੈ ਜੀ। ਮੇਰਾ ਖਿਆਲ ਹੈ ਕਿ ਹੁਣ ਤੁਹਾਨੂੰ ਇਹ ਜਿਹੜੇ ਬਿੰਦੀਆਂ ਵਾਲੇ ਸ਼ਬਦ ਨੇ ਵੀ ਕਲੀਅਰ ਹੋ ਗਏ ਹੋਣਗੇ। ਔਰ ਦੂਸਰਾ ਜਿਹੜੇ ਤੁਹਾਡਾ ਸਾਰਿਆਂ ਦਾ ਇਹ ਮਸਲਾ ਹੈ ਕਿ ਤੁਸੀਂ ਕਹਿੰਦੇ ਹੋ ਕਿ ਹਾਲੇ ਤੱਕ ਸਾਨੂੰ ਆਏ ਨਹੀਂ, ਹੁਣ ਅੱਜ ਸਾਨੂੰ ਮਹੀਨੇ ਤੋਂ ਉੱਪਰ ਟਾਈਮ ਹੋ ਗਿਆ ਤੇ ਹੁਣ ਅਗਲੀ ਕਲਾਸ ਵਿੱਚ ਮੇਰਾ ਖਿਆਲ ਹੈ ਕੋਈ ਬੱਚਾ ਐਸਾ ਨਹੀਂ ਹੋਣਾ ਚਾਹੀਦਾ ਜਿਹੜਾ ਸਾਨੂੰ ਕਵੇ ਕਿ ਸਾਨੂੰ ਹਾਲੇ ਤੱਕ ਆਇਆ ਨਹੀਂ, ਕਿਉਂਕਿ ਹੁਣ ਤੁਸੀਂ ਪ੍ਰੈਕਟਿਸ ਕਰਨੀ ਹੈ, ਤੁਸੀਂ ਪ੍ਰੈਕਟਿਸ ਨਾਲ 1 ਹਫ਼ਤੇ 'ਚ ਸਿੱਖ ਸਕਦੇ ਹੋ। ਤੇ ਹੁਣ ਤੇ ਸਾਨੂੰ ਮਹੀਨੇ ਤੋਂ ਉੱਪਰ ਟਾਈਮ ਹੋ ਗਿਆ ਤੇ ਇਹਦੇ ਵਿੱਚ ਤੇ ਅਸੀਂ ਆਰਾਮ ਨਾਲ ਲਫ਼ਜ਼ ਬਣਾਉਣੇ ਸਿੱਖ ਸਕਦੇ ਹਾਂ। ਤੇ ਪਰੇਸ਼ਾਨ ਹੋਣ ਦੀ ਕੋਈ ਗੱਲ ਨਹੀਂ ਕਿ ਪਤਾ ਨਹੀਂ ਸ਼ਾਇਦ ਕੋਈ ਮੇਰਾ ਮੈਂਟਲ ਲੈਵਲ ਸ਼ਾਇਦ ਬਾਕੀਆਂ ਨਾਲ ਥੋੜਾ ਹੈ ਜਾਂ ਕੋਈ ਮੇਰੇ ਅੰਦਰ ਸਿੱਖਣ ਦੀ ਸਲਾਹੀਅਤ ਜਿਹੜੀ ਉਹ ਘੱਟ ਹੈ ਇਸ ਵਜ੍ਹਾ ਤੋਂ, ਐਸੀ ਕੋਈ ਗੱਲ ਨਹੀਂ, ਐਸਾ ਕੋਈ ਮਸਲਾ ਨਹੀਂ। ਸਿਰਫ ਔਰ ਸਿਰਫ ਪ੍ਰੈਕਟਿਸ ਜਿਹੜੀ ਹੈ ਨਾ, ਮਸ਼ਕ ਔਰ ਰਿਆਜ਼ਤ ਜਿਹੜੀ ਹੈ ਨਾ, ਉਹ ਤੁਹਾਨੂੰ ਪਰਫੈਕਟ ਕਰ ਸਕਦੀ। ਠੀਕ ਹੈ। ਤੇ ਤੁਹਾਡੇ ਸਾਰਿਆਂ ਲਈ ਨੇਕ ਤਮੰਨਾਵਾਂ, ਮੇਰੀਆਂ ਦੁਆਵਾਂ ਕਿ ਤੁਸੀਂ ਸਾਰੇ ਗੁਰਮੁਖੀ ਲਈ ਜੋ ਆਏ ਹੋ ਬੜੀ ਅੱਛੀ ਗੁਰਮੁਖੀ ਸਿੱਖ ਕੇ ਜਾਓ ਔਰ ਬੜੇ ਅੱਛੇ ਉਲੱਥੇ ਕਰੋ ਔਰ ਜਿਹੜੇ ਅੱਗੇ ਜਿਹੜਾ ਆਪਣੇ ਦੋਸਤਾਂ ਨੂੰ ਔਰ ਆਪਣੀਆਂ ਸਹੇਲੀਆਂ ਨੂੰ ਵੀ ਸਿਖਾਓ। ਤੇ ਸਾਡੇ ਲਈ ਦੋਵੇਂ ਲਿਪੀਆਂ ਜਿਹੜੀਆਂ ਨੇ, ਦੋਵੇਂ ਰਸਮੁਲ ਖਤ ਜਿਹੜੇ ਨੇ, ਦੋਵੇਂ ਸਕ੍ਰਿਪਟਸ ਜਿਹੜੇ ਨੇ ਉਹ ਸਾਨੂੰ ਆਉਣੇ ਜ਼ਰੂਰੀ ਨੇ ਤਾਂ ਕਿ ਅਸੀਂ ਉਧਰਲੇ ਪੰਜਾਬ ਦੀਆਂ ਲਿਖਤਾਂ ਨੂੰ ਵੀ ਪੜ੍ਹ ਸਕੀਏ ਔਰ ਉਧਰ ਵਾਲੇ ਇੱਧਰ ਦੀਆਂ ਲਿਖਤਾਂ ਨੂੰ ਪੜ੍ਹ ਸਕਣ।